students, we will continue with our lesson 5 principles of inheritance and variation. Students, ਅਸੀਂ ਆਪਣੇ previous lectures ਦੇ ਵਿੱਚ genetic disorders discuss ਕੀਤਾ ਸੀ। genetic disorders ਨੂੰ ਦੋ categories ਵਿੱਚ group ਕੀਤਾ ਸੀ, Mendelian and chromosomal disorders। ਅੱਜ ਅਸੀਂ ਉਹਦੇ ਨਾਲ ਹੀ ਲਿੰਕ ਥੋੜੇ ਜਿਹੇ ਕੁਐਸਚਨਸ ਜਿਹੜੇ ਆ ਉਹ ਡਿਸਕਸ ਕਰਾਂਗੇ। ਜਿਵੇਂ स्टूडेंट्स मैंडेलियन डिसऑर्डर्स ਦੇ ਵਿੱਚ ऑटोसोमल डिसऑर्डर्स ਅਸੀਂ डिस्कस ਕੀਤੇ ਸੀ, सिकल सेल अनीमिया एंड थैलेसीमिया। सिकल सेल अनीमिया एंड थैलेसीमिया ਜਿਹੜਾ ਹੈ ਦੋਨੋਂ ऑटोसोमल रिसेसिव डिसऑर्डर्स ਹੈਗੇ ਆ। ਹੁਣ ਇਹ ਦੋਨੋਂ ਜਿਹੜੇ ਹੈਗੇ ਆ ਇਹ ਬਲੱਡ डिसऑर्डर्स ਹੀ ਹੈਗੇ ਆ। ਇਹਦੇ ਵਿੱਚ ਹੀਮੋਗਲੋबिन ਜਿਹੜਾ ਹੈਗਾ ਆ ਉਹਦੇ ਵਿੱਚ ਹੀ ਡਿਫੈਕਟ ਆਉਂਦਾ ਹੈ, ਜਿਸ ਕਰਕੇ सिकल सेल अनीमिया एंड थैलेसीमिया ਜਿਹੜੇ ਹੈਗੇ ऑटोसोमल रिसेसिव डिसऑर्डर्स ਹੁੰਦੇ ਆ। ਹੁਣ स्टूडेंट्स ਅਸੀਂ डिस्कस कर चुके हैं कि सिकल सैल अनीमिया ਦੇ ਵਿੱਚ ਕੀ ਹੁੰਦਾ ਆ ਕਿ ਵੈਸੇ ਤਾਂ ਜਿਹੜਾ ਨਾਰਮਲ ਹੀਮੋਗਲੋबिन ਦੀ ਬੀਟਾ ਪੋਲੀਪੈਪਟਾਈਡ ਚੇਨ ਹੈ ਉਹਦੇ 6th ਪੋਜੀਸ਼ਨ ਤੇ ਗਲੂਟੈਮਿਕ ਐਸਿਡ ਹੁੰਦਾ ਆ, ਪਰ ਜਦੋਂ ਸਿਕਲ ਸੈਲ ਅਨੀਮੀਆ ਡਿਜ਼ੀਜ਼ ਹੋ ਗਈ ਤਾਂ ਜਿਹੜਾ 6th ਪੋਜੀਸ਼ਨ ਤੇ ਅਮਾਈਨੋ ਐਸਿਡ ਗਲੂਟੈਮਿਕ ਐਸਿਡ ਹੈ that is replaced by valine। ਔਰ स्टूडेंट्स ਜੇ ਸਾਨੂੰ ਕੁਐਸਚਨ ਆ ਜਾਵੇ, ਵੈਸੇ ਤੁਸੀਂ ਹੈਗਾ ਆ ਕਿ ਇਹ ਆਪਣੀ ਕਾਪੀਜ਼ ਦੇ ਵਿੱਚ ਵੀ ਨੋਟ ਡਾਊਨ ਕਰ ਲਓ कि ਜਿਹੜੇ ਅਸੀਂ जीनोटाइप्स ਕਿਵੇਂ ਲਿਖਨੇ ਹੈਗੇ ਆ। ਜੇ HbA ਮੀਨਸ ਅਡਲਟ ਔਰ ਨਾਰਮਲ ਹੀਮੋਗਲੋबिन ਹੈਗਾ ਆ ਤਾਂ ਉਹ ਕੀ ਹੋਏਗਾ, ਨਾਰਮਲ ਜੀਨੋਟਾਈਪ ਹੈਗਾ ਆ, ਕਿਉਂਕਿ ਇਹ ਸਾਨੂੰ ਕੁਐਸਚਨਸ ਵਿੱਚ ਇਹਨਾਂ ਦੀ ਲੋੜ ਪੈਗੀ। ਤੇ ਜੇ HbS ਔਰ HbS, S ਮੀਨਸ ਸਿਕਲ ਸੈਲ ਅਨੀਮੀਆ ਹੈਗਾ ਆ ਤਾਂ ਉਹ ਕੀ ਹੋਏਗਾ, ਇੰਡੀਵਿਜੂਅਲ ਡਿਜ਼ੀਜ਼ਡ ਹੋਏਗਾ, ਉਹਨੂੰ ਸਿਕਲ ਸੈਲ ਅਨੀਮੀਆ ਡਿਜ਼ੀਜ਼ ਹੋਏਗੀ। ਤੇ ਜੇ जीनोटाइप ਹੋਇਆ HbA HbS हेट्रोजाइगस है, then individual is carrier of sickle cell anemia disease। ਇਹ ਤਿੰਨ जीनोटाइप्स ਤੁਸੀਂ ਜਿਹੜੇ ਹੈਗੇ ਉਹ ਨੋਟ ਡਾਊਨ ਕਰ ਲੈਣੇ ਹੈਗੇ ਆ। ਹੁਣ ਸਟੂਡੈਂਟਸ ਜੇ ਤੁਹਾਨੂੰ ਇਸ ਤਰ੍ਹਾਂ ਹੀ ਕੁਐਸਚਨ ਆ ਜਾਵੇ ਕਿ ਪੇਰੈਂਟਸ ਨਾਰਮਲ ਹੈਗੇ ਹੈ ਤਾਂ ਕੀ ਉਹਨਾਂ ਦੀ ਜਿਹੜੀ ਪ੍ਰੋਜਨੀ ਹੈਗੀ ਉਹ ਯੰਗ ਵਨਸ ਜਿਹੜੇ ਪ੍ਰੋਡਿਊਸ ਕਰਨਗੇ ਕੀ ਉਹ ਡਿਜ਼ੀਜ਼ਡ ਹੋ ਸਕਦੇ ਆ, ਉਹਨਾਂ ਨੂੰ ਸਿਕਲ ਸੈਲ ਅਨੀਮੀਆ ਜਿਹੜੀ ਡਿਜ਼ੀਜ਼ ਹੋਏਗੀ ਜੇ ਪੇਰੈਂਟਸ ਨਾਰਮਲ ਹੋਣਗੇ। ਉਹ ਸਟੂਡੈਂਟਸ ਅਸੀਂ ਇਸ ਤਰ੍ਹਾਂ ਡਿਸਕਸ ਕਰ ਸਕਦੇ ਹਾਂ। ਨਾਰਮਲ ਦਾ ਜੀਨੋਟਾਈਪ ਮੈਂ ਹੁਣੀ ਤੁਹਾਨੂੰ ਦੱਸਿਆ ਹੈਗਾ ਆ HbA ਇੱਕ ਪੇਰੈਂਟ ਹੈ, ਦੂਸਰਾ ਪੇਰੈਂਟ ਵੀ ਕੁਐਸਚਨ ਦੇ ਵਿੱਚ ਇਹੀ ਹੈ ਕਿ ਉਹ ਜਿਹੜਾ ਹੈਗਾ ਦੂਸਰਾ ਪੇਰੈਂਟ ਵੀ ਨਾਰਮਲ ਹੈਗਾ ਆ। ਤਾਂ ਜਦੋਂ ਦੋਨਾਂ ਦੀ ਮੇਟਿੰਗ ਹੋਈ ਤਾਂ ਉਹਦੇ ਨਾਲ ਤੁਸੀਂ ਇਹ ਦੇਖੋ ਕਿ ਕਿਹੜੇ ਜਿਹੜੇ ਹੈਗੇ ਆ ਆਫਸਪ੍ਰਿੰਗਸ। ਜੇ ਅਸੀਂ ਗੈਮੀਟਸ ਦੀ ਗੱਲ ਕਰੀਏ ਤਾਂ ਫਿਰ ਗੈਮੀਟਸ ਦੇ ਵਿੱਚ और F1 ਪ੍ਰੋਜਨੀ ਦੇ ਵਿੱਚ ਸਟੂਡੈਂਟਸ ਤੁਸੀਂ ਦੇਖੋ ਕਿ ਜੇ ਇਹ ਦੋਨਾਂ ਦਾ ਫਿਊਜ਼ਨ ਹੋਏਗਾ ਤੇ ਇਹ ਇੰਡੀਵਿਜੂਅਲ ਬਣੇਗਾ, ਇਹਨਾਂ ਦੋਨਾਂ ਦੇ ਇਹ ਇੰਡੀਵਿਜੂਅਲ ਬਣਿਆ और ਇਹਨਾਂ ਦੋਨਾਂ ਦੇ ਨਾਲ ਇਹ ਇੰਡੀਵਿਜੂਅਲ ਬਣਿਆ और ਇਹਨਾਂ ਦੋਨਾਂ ਦੇ ਨਾਲ ਇਹ ਵਾਲਾ ਇੰਡੀਵਿਜੂਅਲ ਬਣਿਆ। ਯਾਨੀ ਕਿ ਜਿਹੜੇ ਚਾਰੋਂ ਆਫਸਪ੍ਰਿੰਗਸ ਪ੍ਰੋਡਿਊਸ ਹੋਏ ਹੈਗੇ ਆ ਉਹ ਕੀ ਹੈਗੇ, ਨਾਰਮਲ ਹੈ। ਜੇ ਪੇਰੈਂਟਸ ਨਾਰਮਲ ਹੈਗੀ ਆ ਤਾਂ ਪ੍ਰੋਜਨੀ ਜਿਹੜੀ ਹੈਗੀ ਆ ਉਹ ਵੀ ਨਾਰਮਲ ਹੋਏਗੀ, ਕਿਸੇ ਵੀ ਕ੍ਰਾਸ ਦੇ ਵਿੱਚ ਕੋਈ ਡਿਜ਼ੀਜ਼ ਜਿਹੜੀ ਹੈਗੀ ਹੈ ਉਹ ਸ਼ੋ ਨਹੀਂ ਹੋ ਰਹੀ ਹੈ। आई होप स्टूडेंट्स ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਜੇ ਇਸੇ ਤਰ੍ਹਾਂ ਹੀ ਤੁਹਾਨੂੰ ਇੱਕ ਹੋਰ ਕੁਐਸਚਨ ਆ ਜਾਵੇ ਕਿ ਹੁਣ ਨਾਰਮਲ ਹੈ ਕਿ ਨਾਰਮਲ ਹੈ ਤਾਂ ਪ੍ਰੋਜਨੀ ਡਿਜ਼ੀਜ਼ਡ ਹੋ ਸਕਦੀ ਹੈ, ਉਹ ਇੱਕ ਜੀਨੋਟਾਈਪ ਇਹ ਲੈ ਲਿਆ, ਪਰ ਨਾਰਮਲ ਮੀਨਸ ਹੈਗਾ ਹੈ ਕਿ ਉਹ ਕੈਰੀਅਰ ਵੀ ਹੋ ਸਕਦੇ ਹੈਗੇ ਹੈ। ਜੇ ਇੰਡੀਵਿਜੂਅਲ ਕੈਰੀਅਰ ਹੁੰਦੇ ਹੈਗੇ ਆ ਤਾਂ ਜਿਹੜੇ ਇੰਡੀਵਿਜੂਅਲ ਕੈਰੀਅਰ ਹੈਗੇ ਆ ਜਿਵੇਂ ਇਹ ਹੈ, ਇਹ ਕੈਰੀਅਰ ਹੈਗਾ ਆ, ਕੈਰੀਅਰ ਜਿਹੜਾ ਹੈਗਾ ਆ ਉਹ ਕੀ ਕਰਦਾ ਹੈ, ਡਿਜ਼ੀਜ਼ ਨੂੰ ਐਕਸਪ੍ਰੈਸ ਨਹੀਂ ਕਰਦਾ, ਉਹ ਸਿਰਫ ਡਿਜ਼ੀਜ਼ ਨੂੰ ਕੈਰੀ ਕਰਦਾ ਹੈਗਾ ਆ ਤੇ ਡਿਜ਼ੀਜ਼ ਨੂੰ ਅੱਗੇ ਪਾਸ ਔਨ ਕਰਦਾ ਹੈ। ਕੈਰੀਅਰ ਮੀਨਸ ਉਹ ਡਿਜ਼ੀਜ਼ ਨੂੰ ਐਕਸਪ੍ਰੈਸ ਨਹੀਂ ਕਰਦਾ, ਸਿਰਫ ਡਿਜ਼ੀਜ਼ ਨੂੰ ਪਾਸ ਔਨ ਕਰਦਾ ਹੈ। ਤੇ ਨਾਰਮਲ ਮੀਨਸ ਉਹ ਕੈਰੀਅਰ ਹੋ ਸਕਦੇ ਆ। ਹੁਣ ਸਟੂਡੈਂਟਸ ਦੇਖੋ ਕਿ ਜੇ ਕੈਰੀਅਰ ਹੋਏ, ਪੇਰੈਂਟਸ ਕੈਰੀਅਰ ਹੈ, ਫਿਰ ਜੀਨੋਟਾਈਪ ਅਸੀਂ ਕੀ ਲਿਖਾਂਗੇ, HbA HbS। ਦੋਨੋਂ ਜਿਹੜੇ ਪੇਰੈਂਟਸ ਹੈਗੇ ਆ ਉਹ ਕੀ ਹੈਗੇ ਆ, ਕੈਰੀਅਰ ਹੈਗੇ ਆ। फिर की होएगा, फिर प्रोजनी की बनेगी HbA एक यंग वन नॉर्मल प्रोड्यूस हो गया, इन्हां दोनों दे नाल की बनेगा HbA एंड HbS। ये यंग वन कैरियर है, ये वाला यंग वन HbA HbS ये भी यंग वन कैरियर है। ते ये जिहड़ा यंग वन इन्हां दोनों दे नाल प्रोड्यूस होया HbS HbS ये की है, डिजीज्ड है।
ये दो कैरियर हो गए, ये नॉर्मल हो गया, ये कैरियर है ते ये डिजीज्ड हैगा या। ओके स्टूडेंट्स, जे प्रोजेनी जे पेरेंट्स ਜਿਹੜੇ ਹੈਗੇ ਉਹ ਕੈਰੀਅਰ ਹੈਗੇ ਆ, ਹੈਟਰੋਜ਼ਾਈਗਸ ਕੰਡੀਸ਼ਨ ਹੈ HbA HbS, ਤਾਂ ਉਹਨਾਂ ਦੀ ਮੇਟਿੰਗ ਦੇ ਨਾਲ ਜਿਹੜੇ ਯੰਗ ਵਨਸ ਪ੍ਰੋਡਿਊਸ ਹੋਏ, ਇੱਕ ਨਾਰਮਲ, ਦੋ ਕੈਰੀਅਰ ਤੇ ਇੱਕ ਡਿਜ਼ੀਜ਼ਡ। ਠੀਕ ਹੈ ਸਟੂਡੈਂਟਸ, ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਤਾਂ ਉਹ ਜਿਹੜਾ ਹੈਗਾ ਆ ਕਿ ਪੇਰੈਂਟਸ ਨਾਰਮਲ ਕੈਰੀਅਰ ਹੈਗੇ ਆ, ਤਾਂ ਕੁਝ ਪ੍ਰੋਜਨੀ ਜਿਹੜੀ ਉਹ ਪ੍ਰੋਜਨੀ ਪ੍ਰੋਡਿਊਸ ਹੋ ਰਹੀ ਹੈ, ਦੈਟ ਇਜ਼ ਹੈਵਿੰਗ ਦਾ ਸਿਕਲ ਸੈਲ ਅਨੀਮੀਆ ਡਿਜ਼ੀਜ਼ ਹੈਗੀ ਆ ਉਹਨੂੰ। ओके क्लीयर हो गया स्टूडेंट्स। उस तो बाद असी थैलेसीमिया बारे डिस्कस कर लेंदे हैगे आ कि थैलेसीमिया दा असी डिस्कस कर चुके हैगे आ वैसे अपने प्रीवियस लेक्चर में। हुण सिकल सेल अनीमिया और थैलेसीमिया ये दोनों डिजीजेस क्लोजली एसोसिएटेड टू ईच अदर। इन्हां दोनों डिजीजेस विच की हुंदा है, हीमोग्लोबिन चेन दे विच डिफेक्ट हुंदा है। सो स्टूडेंट्स ये जिहड़ी सिकल सेल अनीमिया डिजीज हैगी है, इहदे विच की हैगा आ कि वैसे नॉर्मल राउंड शेप्ड ब्लड सैल्स हुंदे हैगे, इहदे विच की हो गया सिकल शेप। इहदे विच की होया, ये क्वालिटेटिव डिसऑर्डर है, क्वालिटी जिहड़ी हैगी है ओहदे विच डिफेक्ट होया। ते थैलीसीमिया जिहड़ा हैगा या ओहनू की किया जांदा है, क्वांटिटेटिव डिसऑर्डर। क्वांटिटेटिव स्टूडेंट सानू एक क्वेश्चन आ सकता है कि सिकल सेल अनीमिया और थैलेसीमिया विचों केड़ा क्वालिटेटिव डिसऑर्डर है ते केड़ा क्वांटिटेटिव डिसऑर्डर है। सिकल सेल अनीमिया जिहड़ा है दैट इज नोन एज क्वालिटेटिव डिसऑर्डर, क्योंकि ओहदे विच हीमोग्लोबिन जिहड़ा है ओहदी क्वालिटी जिहड़ी हैगी ओहदे विच डिफेक्ट आउंदा है। ते थैलेसीमिया इज नोन एज क्वांटिटेटिव डिसऑर्डर। असीं ये डिस्कस भी कीता सीगा कि थैलेसीमिया जिहड़ा है दो तरह का है, एल्फा थैलेसीमिया एंड बीटा थैलेसीमिया। एल्फा थैलेसीमिया दे विच की हुंदा है कि एल्फा चेन जिहड़ी हीमोग्लोबिन दी ओह प्रॉपर नहीं बनदी है, बीटा चेन बनी जाती है और एकमुलेट हो जाती है, ओहदी क्वांटिटी वध गई बीटा दी। ते बीटा थैलेसीमिया दे विच की हैगा कि बीटा चेन ऑफ हीमोग्लोबिन प्रॉपरली नहीं बनती, एल्फा चेन बनी जाती है, एकमुलेट हो जाती है, यानी कि एल्फा चेन जिहड़ा हैगा ओहदी क्वांटिटी वध गई। सो थैलेसीमिया दे विच की हुंदा है कि हीमोग्लोबिन दी सिंथेसिस घट हो जाती है, तो ओहदी क्वांटिटी ते असर पैंदा है। इस करके थैलेसीमिया जिहड़ा हैगा या इट इज नोन एज क्वांटिटेटिव डिसऑर्डर। सो स्टूडेंट्स उस तो बाद ये साडा हो गया सिकल सेल अनीमिया एंड थैलेसीमिया बारे। इसी तरह ही स्टूडेंट्स असीं अपने प्रीवियस वीडियो दे विच डिस्कस कीता होया है क्रोमोसोमल डिसऑर्डर्स। क्रोमोसोमल डिसऑर्डर्स की हुंदे आ ड्यू टू नॉन डिसजंक्शन ऑफ द क्रोमोसोम्स। क्रोमोसोमल डिसऑर्डर्स असीं तीन डिस्कस कीते सीगे, डाउन सिंड्रोम, लाइनफेल्टर सिंड्रोम एंड टर्नर सिंड्रोम। सो इहदे अंडर ही स्टूडेंट्स तुहाडीआं एनसीईआरटी दीआं बुक जिहड़ी हैगी आ ओहदे विच दो टर्म्स हैगीआं, एनियोप्लॉइडी एंड पॉलीप्लॉइडी। स्टूडेंट्स मैं तुहानूं पहलां भी ये गल कह चुकी हैगी है, और जिहड़ी तुहानूं एनसीईआरटी जिहड़ी हैगी आ बुक है ओहदी बेटे हर टॉपिक हर टर्म जिहड़ी आ ओह क्लीयर होनी जरूरी हैगी आ, तां ही तुसीं अगे जिहड़ी हैगी आ फर्दर होर जिहड़ी एक्स्ट्रा स्टडी अपनी नीड दी ओहदी कर सकदे हो। सो स्टूडेंट्स इहदे विच क्रोमोसोमल डिसऑर्डर्स दे विच दो टर्म्स आउंदियां आ, एनियोप्लॉइडी एंड एक टर्म हैगी आ तुहाडी पॉलीप्लॉइडी। स्टूडेंट्स जिहड़ी एनियोप्लॉइडी है इट इज आल्सो नोन एज यूप्लॉइडी। और ये जिहड़ी एनियोप्लॉइडी और यूप्लॉइडी है एनिमल्स दे विच मोर कॉमन हुंदी है। इहदे विच की हुंदा है स्टूडेंट्स लॉस और गेन ऑफ वन और मोर क्रोमोसोम्स। असी जे ह्यूमन बीइंग्स की गल करिए, ह्यूमन बीइंग्स को 46 क्रोमोसोम्स है। जे 46 है क्रोमोसोम्स है लॉस और गेन। जे एक क्रोमोसोम लॉस हो गया तो फिर कैरियोटाइप की है 45, जे एक क्रोमोसोम गेन हो गया तो कैरियोटाइप की होएगा 47। सो एनियोप्लॉइडी और यूप्लॉइडी मीन्स की है लॉस और गेन ऑफ वन और मोर क्रोमोसोम्स। एंड पॉलीप्लॉइडी मीन्स स्टूडेंट्स पॉली दा मतलब की हुंदा हैगा या मीन्स मैनी, और इट इज मोर कॉमन इन प्लांट्स। हुण जिवें स्टूडेंट्स असी गल करिए कि जिहड़ा वीट हैगा या वीट विच नंबर ऑफ क्रोमोसोम्स इज 7। हुण जे 6 एन मीन हेक्साप्लॉइडी,
जे wheat ਦੇ ਵਿੱਚ hexaploidy है तो फिर की होएगा 6 multiply by 7 is equal to 42 टोटल नंबर ऑफ wheat ਦੇ ਵਿੱਚ क्रोमोसोम्स की हो गए जे hexaploidy हो गई 42 क्रोमोसोम्स हो गए। सो स्टूडेंट्स उस तो बाद ਤੁਹਾਡੀ ਬੁੱਕਸ ਇੱਕ ਹੋਰ ਇੱਕ ਦੋ ਟਰਮਸ ਹੈਗੀਆਂ ਆ ਉਹ ਵੀ ਮੈਂ ਤੁਹਾਨੂੰ ਇਹਦੇ ਵਿੱਚ ਦੱਸ ਦਿੰਦੀ ਹਾਂ। ट्राइसोमी 2n नंबर ऑफ क्रोमोसोम्स है +1 हो जाए दैट इज ट्राइसोमी ਅਸੀਂ ਇਹ ਕਰ ਚੁੱਕੇ ਹੈਗੇ ਹਾਂ। ਉਸ ਤੋਂ ਬਾਅਦ 2n - 1 ਹੈ ਮੋਨੋਸੋਮੀ। ਸਟੂਡੈਂਟਸ ਇਹ ਤੁਸੀਂ ਆਪਣੀ ਕਾਪੀਜ਼ ਦੇ ਵਿੱਚ ਨੋਟ ਕਰ ਲਓ ਇਹ ਟਰਮ 2n - 1 - 1 ਕੀ ਹੋ ਗਿਆ डबल मोनोसोमी। And 2n - 2 means nullisomy। स्टूडेंट्स ऑटोसोमल डिसऑर्डर्स ਦੇ ਵਿੱਚ ਅਸੀਂ ਡਿਸਕਸ ਕੀਤਾ ਜਦੋਂ क्रोमोसोमल डिसऑर्डर्स ਦੀ ਗੱਲ ਆਈ ਕਿ डाउन सिंड्रोम ਜਿਹੜਾ ਇਟ ਇਜ਼ ऑटोसोमल क्रोमोसोमल डिसऑर्डर हैगा या ਇਹਦੇ ਵਿੱਚ ਕੀ ਹੁੰਦਾ ट्राइसोमी ऑफ 21st क्रोमोसोम ਦੀ ट्राइसोमी हो ਜਾਂਦੀ ਹੈ ਯਾਨੀ ਕਿ ਉਹਦੇ ਵਿੱਚ ਤਿੰਨ ਆ ਗਏ क्रोमोसोम। ਤੇ ਸੈਕਸ ਲਿੰਕਡ ਦੇ ਵਿੱਚ ਅਸੀਂ क्रोमोसोमल डिसऑर्डर्स ਦੇ ਵਿੱਚ ਲਾਈਨਫੈਲਟਰ ਸਿੰਡਰੋਮ ਕੀਤਾ ਆ ਉਹਦੇ ਵਿੱਚ ਕੀ ਹੈਗਾ ਆ ਕਿ ਇੱਕ ਜਿਹੜਾ ਐਕਸ क्रोमोसोम ਹੈਗਾ ਆ ਉਹ ਇੱਕ ਹੋਰ ਐਡੀਸ਼ਨਲ ਆ ਜਾਂਦਾ ਹੈਗਾ ਆ। ਇਹ ਲਾਈਨਫੈਲਟਰ ਸਿੰਡਰੋਮ ਵਿੱਚ ਕੀ ਹੈਗਾ ਆ 47 क्रोमोसोम्स ਟੋਟਲ ਕੈਰੀਓਟਾਈਪ ਹੋ ਗਈ। XXY ਤਾਂ ਹੈਗਾ XY ਤਾਂ ਹੈਗਾ ਇੱਕ ਐਡੀਸ਼ਨਲ X ਆਉਣ ਦੇ ਨਾਲ XXY ਉਹਦੇ ਵਿੱਚ ਕੰਡੀਸ਼ਨ ਆ ਗਈ। ਤੇ ਟਰਨਰ ਸਿੰਡਰੋਮ ਜਿਹੜਾ ਹੈ ਉਹਦੇ ਵਿੱਚ ਕੀ ਹੁੰਦਾ ਲਾਸ ਆਫ 1 X क्रोमोसोम है 45 ਉਹਦੀ ਕੈਰੀਓਟਾਈਪ ਹੈਗੀ ਆ X0 ਇੱਕ ਜਿਹੜਾ X ਹੈਗਾ ਉਹਦਾ ਲਾਸ ਹੋ ਗਿਆ। ਸੋ ਸਟੂਡੈਂਟਸ ਇਹ ਤਾਂ ਤੁਹਾਡੇ ਸੀਗੇ ਕੁਝ ਟਰਮਸ ਜਿਹੜੀਆਂ ਜੈਨੇਟਿਕ ਡਿਸਆਰਡਰਸ ਮੈਂਡੇਲੀਅਨ ਔਰ क्रोमोसोमल ਦੇ ਨਾਲ ਉਹਦੇ ਨਾਲ ਰਿਲੇਟਡ ਥੋੜੇ ਜਿਹੇ ਕੁਐਸਚਨਸ ਹੋ ਗਏ। ਉਸ ਤੋਂ ਬਾਅਦ ਸਟੂਡੈਂਟਸ ਅਸੀਂ ਆਪਣਾ ਨੈਕਸਟ ਟੌਪਿਕ ਲੈਂਦੇ ਹਾਂ क्रोमोसोमल ਥਿਊਰੀ ਆਫ ਇਨਹੈਰੀਟੈਂਸ। स्टूडेंट्स ਅਸੀਂ ਆਪਣਾ ਨੈਕਸਟ ਡਿਸਕਸ ਕਰਾਂਗੇ क्रोमोसोमल ਥਿਊਰੀ ਆਫ ਇਨਹੈਰੀਟੈਂਸ। स्टूडेंट्स ਮੈਂਡਲ ਜਿਹੜਾ ਸੀਗਾ he published his work on inheritance of characters in 1865 ਦੇ ਵਿੱਚ ਮੈਂਡਲ ਦਾ ਇਨਹੈਰੀਟੈਂਸ ਤੇ ਜਿਹੜਾ ਵਰਕ ਸੀਗਾ 1865 ਵਿੱਚ ਪਬਲਿਸ਼ ਹੋਇਆ ਪਰ ਕਈ several reasons करके ओदा वर्क जेड़ा सीगा it remain unrecognized till 1900 तक कई reasons करके ओदा जेड़ा काम हैगा या उन्हों कोई पहचान नहीं मिली। what were the reasons की reasons सीगे जेड़े 1900 तक 1865 ਦੇ ਵਿੱਚ ਉਹਨੇ ਆਪਣਾ ਮੈਂਡਲਸ ਨੇ ਇਨਹੈਰੀਟੈਂਸ ਆਫ ਕੈਰੈਕਟਰਸ ਤੇ ਕੰਮ ਕੀਤਾ ਪਬਲਿਸ਼ ਹੋਇਆ ਪਰ 1900 ਤੱਕ ਉਹਦਾ ਜਿਹੜਾ ਕੰਮ ਸੀਗਾ ਉਹਨੂੰ ਕੋਈ ਰਿਕਗਨੀਸ਼ਨ ਨਹੀਂ ਮਿਲੀ ਸੀ। ਉਹਦੇ ਕੀ ਰੀਜ਼ਨਸ ਸੀਗੇ ਸਟੂਡੈਂਟਸ ਉਹਦੇ ਕਈ ਰੀਜ਼ਨਸ ਸੀਗੇ। पहला रीजन ये सीगा कि इन दोज डेज कम्युनिकेशन वाज नॉट ईजी एंड हिज वर्क कुड नॉट बी वाइडली पब्लिश्ड। उस टाइम दे विच कम्युनिकेशनस जेड़े सीगा वो इन्नी ईजी नहीं सीगी ते ओदा जेड़ा सीगा काम जेड़ा है वो पब्लिश नहीं होया। उस तो बाद सैकेंड रीजन सीगा कि हिज कंसैप्ट ऑफ जीन्स मैंडल ने जीन्स नूं की किया सीगा अपने वर्क विच फैक्टर्स किया सीगा ते जेड़े कंसैप्ट ऑफ जीन्स हैगे आ कि ऐसे स्टेबल जीन्स की स्टेबल डिस्क्रीट यूनिट्स हैगी आ दैट कंट्रोल द एक्सप्रैशन ऑफ ट्रेट्स। जीन्स की आ वो ट्रेट्स दे करैक्टर्स दे एक्सप्रैशन नु कंट्रोल करदे आ एंड ऑफ द पेयर ऑफ अलीज which do not blend with each other was not accepted by his contemporaries and as continuous variation seen in nature। ਉਹਦੇ ਨਾਲ ਦੇ ਉਸ ਟਾਈਮ ਤੇ ਜਿਹੜੇ ਸੀਗੇ ਹੋਰ ਸਾਇੰਟਿਸਟ ਉਹਨਾਂ ਨੇ ਉਹਨਾਂ ਦੇ ਕਨਸੈਪਟ ਆਫ ਜੀਨਸ ਤੇ कि पेयर ऑफ अलीज ਜਿਹੜੇ ਹੈਗੇ ਆ ਦੇ ਡਿਡ ਨਾਟ ਬਲੈਂਡ ਵਿਦ ਈਚ ਅਦਰ। ਉਹ ਕਿਉਂਕਿ ਨੇਚਰ ਦੇ ਵਿੱਚ ਵੇਰੀਏਸ਼ਨ ਤਾਂ ਦੇਖਣ ਨੂੰ ਮਿਲ ਰਹੀ ਸੀਗਾ ਪਰ ਮੈਂਡਲ ਨੇ ਕਿਹਾ ਸੀਗਾ ਕਿ ਜਿਹੜੇ ਜੀਨਸ ਹੈ ਉਹਨਾਂ ਦੇ ਪੇਅਰ ਆਫ ਅਲੀਜ਼ ਹੈ ਉਹ ਆਪਸ ਵਿੱਚ ਬਲੈਂਡ ਨਹੀਂ ਹੁੰਦੇ। ਜੇ ਬਲੈਂਡ ਨਹੀਂ ਹੋ ਰਹੇ ਆ ਤਾਂ ਫਿਰ ਵੇਰੀਏਸ਼ਨ ਕਿੱਥੋਂ
ਸ਼ੋ ਹੋ ਰਹੀ ਹੈ ਨੇਚਰ ਦੇ ਵਿੱਚ। ਸੋ ਇਹ ਸੈਕੰਡ ਰੀਜ਼ਨ ਸੀਗਾ ਜਿਹਦੇ ਕਰਕੇ ਉਹਦਾ ਕੰਮ ਜਿਹੜਾ ਹੈਗਾ ਉਹਨੂੰ ਕੋਈ ਰਿਕਗਨੀਸ਼ਨ ਨਹੀਂ ਮਿਲੀ ਸੀਗੀ। ਥਰਡ ਰੀਜ਼ਨ ਸੀਗਾ ਕਿ ਮੈਂਡਲਸ ਨੇ ਮੈਥਮੈਟਿਕਸ ਜਿਹੜਾ ਹੈਗਾ ਆ ਉਹਨੂੰ ਯੂਜ਼ ਕੀਤਾ ਸੀਗਾ ਟੂ ਐਕਸਪਲੇਨ ਦਾ ਬਾਇਓਲੋਜੀਕਲ ਫਿਨੋਮੀਨਨ ਵਾਸ ਟੋਟਲੀ ਨਿਊ ਐਂਡ ਅਨਅਸੈਪਟੇਬਲ ਟੂ ਮੈਨੀ ਆਫ ਦਾ ਬਾਇਓਲੋਜਿਸਟ ਆਫ ਹਿਸ ਟਾਈਮ। ਮੈਂਡਲਸ ਦੇ ਟਾਈਮ ਤੇ ਹੋਰ ਜਿਹੜੇ ਬਾਇਓਲੋਜਿਸਟ ਸੀਗੇ ਉਹਨਾਂ ਦੇ ਲਈ ਇਹ ਚੀਜ਼ ਬਿਲਕੁਲ ਨਵੀਂ ਸੀਗੀ ਤੇ ਅਨਅਸੈਪਟੇਬਲ ਸੀਗੀ, ਕਿਉਂਕਿ ਮੈਂਡਲ ਜਿਹੜਾ ਸੀਗਾ ਉਹਨੇ ਆਪਣੇ ਜਿਹੜੇ ਐਕਸਪੈਰੀਮੈਂਟਸ ਆ ਉਹਨਾਂ ਦੇ ਵਿੱਚ ਮੈਥਮੈਟਿਕਸ ਜਿਹੜਾ ਸੀ ਉਹਨੂੰ ਯੂਜ਼ ਕੀਤਾ ਸੀਗਾ ਤੇ ਬਾਕੀ ਬਾਇਓਲੋਜਿਸਟ ਦੇ ਲਈ ਉਹ ਚੀਜ਼ ਬਿਲਕੁਲ ਨਵੀਂ ਔਰ ਅਨਅਸੈਪਟੇਬਲ ਸੀ। ਇਹ ਥਰਡ ਰੀਜ਼ਨ ਸੀਗਾ ਜਿਹਦੇ ਕਰਕੇ ਮੈਂਡਲ ਦਾ ਜਿਹੜਾ ਵਰਕ ਹੈਗਾ ਆ ਉਹ 1900 ਤੱਕ ਅਨਰਿਕਗਨਾਈਜ਼ਡ ਰਿਹਾ ਸੀਗਾ। ਫੋਰਥ ਰੀਜ਼ਨ ਸੀਗਾ ਕਿ ਫੈਕਟਰਸ ਆਲਸੋ ਨੋਨ ਐਸ ਜੀਨਸ they were discrete unit. He could not provide any physical proof for the existence of factors or say what they were made of। ਜਿਹੜਾ ਮੈਂਡਲ ਨੇ ਕਿਹਾ ਸੀਗਾ ਕਿ ਫੈਕਟਰਸ ਔਰ ਜੀਨਸ ਜਿਹੜੇ ਉਹ ਡਿਸਕ੍ਰੀਟ ਯੂਨਿਟਸ ਹੈਗੇ ਆ, ਪਰ ਉਹ ਕੋਈ ਫਿਜ਼ੀਕਲ ਪ੍ਰੂਫ ਉਹਨਾਂ ਦੀ ਐਗਜ਼ਿਸਟੈਂਸ ਦੇ ਲਈ ਕਿ ਹਾਂ ਉਹ ਐਗਜ਼ਿਸਟ ਕਰਦੇ ਹੈਗੇ ਆ ਜੀਨਸ, ਉਹਨਾਂ ਦੇ ਲਈ ਉਹ ਕੋਈ ਫਿਜ਼ੀਕਲ ਪ੍ਰੂਫ ਨਹੀਂ ਦੇ ਸਕਿਆ। ਨਾ ਮੈਂਡਲ ਇਹ ਦੱਸ ਸਕਿਆ ਕਿ ਉਹ ਜਿਹੜੇ ਜੀਨਸ ਹੈ ਉਹ ਕਿਸ ਚੀਜ਼ ਦੇ ਬਣੇ ਹੋਏ ਹੈਗੇ। ਸੋ ਸਟੂਡੈਂਟਸ ਇਹ ਚਾਰ ਰੀਜ਼ਨ ਸੀਗੇ ਜਿਸ ਕਰਕੇ ਮੈਂਡਲ ਦਾ ਵਰਕ 1900 ਤੱਕ ਅਨਰਿਕਗਨਾਈਜ਼ਡ ਰਿਹਾ। ਫਿਰ ਸਟੂਡੈਂਟਸ 1900 ਦੇ ਵਿੱਚ ਤਿੰਨ ਸਾਇੰਟਿਸਟ ਸੀਗੇ, ਡੀ ਵੇਰਾਈਜ਼, ਸੈਕੰਡ ਸਾਇੰਟਿਸਟ ਕੌਰਨਸ ਐਂਡ ਥਰਡ ਸਾਇੰਟਿਸਟ ਵੌਨ ਸੈਚਰਮਾਰਕ। ਇਹਨਾਂ ਤਿੰਨਾਂ ਸਾਇੰਟਿਸਟ ਨੇ 1900 ਦੇ ਵਿੱਚ ਇੰਡੀਪੈਂਡੈਂਟਲੀ ਅਲੱਗ-ਅਲੱਗ ਮੈਂਡਲਸ ਦੇ ਰਿਜ਼ਲਟ ਔਨ ਦਾ ਇਨਹੈਰੀਟੈਂਸ ਆਫ ਕਰੈਕਟਰਸ ਨੂੰ ਰੀਡਿਸਕਵਰ ਕੀਤਾ ਤੇ ਇਸ ਟਾਈਮ ਤੇ ਸਟੂਡੈਂਟਸ ਮਾਈਕਰੋਸਕੋਪੀ ਦੇ ਵਿੱਚ ਕਈ ਐਡਵਾਂਸਮੈਂਟਸ ਹੋ ਗਈਆਂ ਜਿਸ ਕਰਕੇ ਜਿਹੜੇ ਸਾਇੰਟਿਸਟ ਸੀਗੇ ਦੇ ਵਰ ਏਬਲ ਟੂ ਆਬਜ਼ਰਵ ਦਾ ਸੈਲ ਡਿਵੀਜ਼ਨ। ਸੋ ਜਦੋਂ ਮਾਈਕਰੋਸਕੋਪ ਦੀ ਐਡਵਾਂਸਡ ਮਾਈਕਰੋਸਕੋਪ ਦੀ ਡਿਵੈਲਪਮੈਂਟ ਹੋ ਗਈ ਤੇ ਸਾਇੰਟਿਸਟ ਜਿਹੜੇ ਸੀਗੇ ਉਹ ਸੈਲ ਡਿਵੀਜ਼ਨ ਨੂੰ ਆਬਜ਼ਰਵ ਕਰ ਸਕੇ ਐਂਡ ਦਿਸ ਲੈਡ ਟੂ ਦਾ ਡਿਸਕਵਰੀ ਆਫ ਦਾ ਸਟਰਕਚਰਸ ਇਨ ਦਾ ਨਿਊਕਲੀਅਸ। ਸੋ ਇਹਦੇ ਨਾਲ ਇਸ ਚੀਜ਼ ਦੀ ਡਿਸਕਵਰੀ ਹੋਈ ਕਿ ਮਾਈਕਰੋਸਕੋਪ ਦੀ ਐਡਵਾਂਸਮੈਂਟ ਨਾਲ ਇਸ ਚੀਜ਼ ਦੀ ਡਿਸਕਵਰੀ ਹੋਈ ਕਿ ਸੈਲਸ ਜਿਹੜੇ ਆ ਉਹਨਾਂ ਦੇ ਵਿੱਚ ਨਿਊਕਲੀਅਸ ਹੈਗਾ ਆ ਔਰ ਨਿਊਕਲੀਅਸ ਦੇ ਵਿੱਚ ਕੁਝ ਸਟਰਕਚਰਸ ਹੈਗੇ ਆ, ਦੇ ਵਰ ਕਾਲਡ ਕ੍ਰੋਮੋਸੋਮਸ। ਉਹਨਾਂ ਨੂੰ ਕ੍ਰੋਮੋਸੋਮਸ ਕਿਹਾ ਗਿਆ। ਕ੍ਰੋਮੋਸੋਮਸ ਮੀਨਸ ਕਲਰਡ ਬਾਡੀ, ਕਿ ਜਦੋਂ ਸਟੇਨਿੰਗ ਕਰਦੇ ਹੈਗੇ ਆ ਤੇ ਇਹ ਜਿਹੜੀਆਂ ਹੈਗੀਆਂ ਆ ਇਹ colored bodies, chromosomes known as colored bodies, they were visualized by staining। staining ਕਰਨ ਤੇ ਉਹ ਜਿਹੜੀਆਂ ਦਿਖਾਈ ਦਿੰਦੀਆਂ ਹੈਗੀਆਂ, ਉਹਨਾਂ ਤੇ ਸਟੇਨ ਹੋ ਜਾਂਦਾ ਹੈਗਾ। ਸੋ ਇਨ 1902 ਦੇ ਵਿੱਚ chromosome movement during meiosis had been worked out। ਸੋ 1902 ਦੇ ਵਿੱਚ meiosis ਜਿਹੜੀ ਸੈਲ ਡਿਵੀਜ਼ਨ ਹੈਗੀ ਆ ਉਸ ਦੇ ਵਿੱਚ ਦੇਖਿਆ ਗਿਆ ਕਿ ਜਿਹੜੇ ਕ੍ਰੋਮੋਸੋਮਸ ਹੈਗੇ ਉਹਨਾਂ ਦੀ ਮੂਵਮੈਂਟ ਜਿਹੜੀ ਹੈਗੀ ਹੈ ਉਹ ਸ਼ੋ ਹੋ ਰਹੀ ਹੈ। ਸੋ ਸਟੂਡੈਂਟਸ ਨੈਕਸਟ ਹੈ ਉਸ ਤੋਂ ਬਾਅਦ ਆਪਣਾ ਸੋ ਸਟੂਡੈਂਟਸ ਉਸ ਵੇਲੇ ਦੋ ਸਾਇੰਟਿਸਟ ਸੀ, ਵਾਲਟਰ ਸਟਨ ਐਂਡ ਥਿਓਡੋਰ ਬੋਵਰ। We were discussing about the chromosomal theory of inheritance। So students, दो साइंटिस्ट थी, वाल्टर सटन and Theodore ਬੋਵਰ। ਇਹਨਾਂ ਦੋਨਾਂ ਸਾਇੰਟਿਸਟ ਜਿਹੜੇ ਸੀਗੇ ਉਸ ਟਾਈਮ ਤੇ ਕ੍ਰੋਮੋਸੋਮਸ ਤੇ ਕੰਮ ਕਰ ਰਹੇ ਸੀ, ਉਹਨਾਂ ਨੇ ਕ੍ਰੋਮੋਸੋਮਲ ਥਿਊਰੀ ਆਫ ਇਨਹੈਰੀਟੈਂਸ ਦਿੱਤੀ। ਸੋ ਸਟੂਡੈਂਟਸ ਨੰਬਰ ਆਫ ਕ੍ਰੋਮੋਸੋਮਸ ਡਿਊਰਿੰਗ ਗੈਮੀਟ ਫਾਰਮੇਸ਼ਨ, ਕ੍ਰੋਮੋਸੋਮਲ ਥਿਊਰੀ ਆਫ ਇਨਹੈਰੀਟੈਂਸ ਜਿਹੜੀ ਹੈਗੀ ਆ ਉਹ ਕਿਸ ਚੀਜ਼ ਤੇ ਹੈਗੀ ਆ ਕਿ ਨੰਬਰ ਆਫ ਕ੍ਰੋਮੋਸੋਮਸ ਡਿਊਰਿੰਗ ਗੈਮੀਟ ਫਾਰਮੇਸ਼ਨ। ਹੋਮੋਲੋਗਸ ਕ੍ਰੋਮੋਸੋਮਸ ਹੁੰਦੇ ਆ ਸਟੂਡੈਂਟਸ। ਹੋਮੋਲੋਗਸ ਕ੍ਰੋਮੋਸੋਮਸ ਕੀ ਹੁੰਦੇ ਆ? ਦੇ ਆਰ ਮੇਡ ਅਪ ਆਫ ਕ੍ਰੋਮੋਸੋਮ ਪੇਅਰ। ਹੋਮੋਲੋਗਸ ਕ੍ਰੋਮੋਸੋਮਸ ਦੇ ਵਿੱਚ ਕ੍ਰੋਮੋਸੋਮਸ ਦਾ ਪੇਅਰ ਹੁੰਦਾ ਆ ਜਿਹੜੇ ਅਪਰੋਕਸੀਮੇਟਲੀ ਸੇਮ ਲੈਂਥ ਦੇ, ਸੇਮ ਸੈਂਟਰੋਮੀਅਰ ਪੋਜੀਸ਼ਨ ਐਂਡ ਸੇਮ ਉਹਨਾਂ ਦਾ ਸਟੇਨਿੰਗ ਪੈਟਰਨ ਹੁੰਦਾ ਆ।
ਉਹਨਾਂ ਪੇਅਰ ਆਫ ਕ੍ਰੋਮੋਸੋਮਸ ਨੂੰ ਹੋਮੋਲੋਗਸ ਕ੍ਰੋਮੋਸੋਮਸ ਕਹਿੰਦੇ ਹੈਗੇ ਆ। ਔਰ ਹੋਮੋਲੋਗਸ ਕ੍ਰੋਮੋਸੋਮਸ ਤੇ ਜਿਹੜੇ ਅਲੀਜ਼ ਹੁੰਦੇ ਆ ਦੇ ਮੇ ਬੀ ਡਿਫਰੈਂਟ ਰਿਜ਼ਲਟਿੰਗ ਇਨ ਡਿਫਰੈਂਟ ਫੀਨੋਟਾਈਪਸ ਆਫ ਦਾ ਸੇਮ ਜੀਨਸ। ਸੋ ਸਟੂਡੈਂਟਸ ਜਿਹੜੇ ਹੋਮੋਲੋਗਸ ਕ੍ਰੋਮੋਸੋਮਸ ਹੈਗੇ ਆ, ਜਦੋਂ ਗੈਮੀਟ ਫਾਰਮੇਸ਼ਨ ਹੁੰਦੀ ਆ ਤਾਂ ਉਹ ਹੋਮੋਲੋਗਸ ਕ੍ਰੋਮੋਸੋਮਸ ਜਿਹੜੇ ਆ ਉਹ ਸੈਪਰੇਟ ਹੋ ਜਾਂਦੇ ਆ। ਜਿਵੇਂ ਸਟੂਡੈਂਟਸ ਡਿਪਲੋਇਡ ਸੈੱਲ ਹੈ, ਉਹਦੇ ਵਿੱਚ 46 ਕ੍ਰੋਮੋਸੋਮਸ ਹੈਗੇ ਆ, ਹੋਮੋਲੋਗਸ ਕ੍ਰੋਮੋਸੋਮਸ ਹੈ। ਜਦੋਂ ਮਿਓਸਿਸ ਸੈੱਲ ਡਿਵੀਜ਼ਨ ਹੁੰਦੀ ਹੈ ਤੇ ਇਹ ਜਿਹੜੇ ਹੈਗੇ ਗੈਮੀਟ ਫਾਰਮੇਸ਼ਨ ਹੋਏਗੀ ਤੇ ਉਹਦੇ ਵਿੱਚ ਜਿਹੜੇ ਹੋਮੋਲੋਗਸ ਕ੍ਰੋਮੋਸੋਮਸ ਹੈ ਉਹ ਸੈਪਰੇਟ ਹੋ ਜਾਣਗੇ। हैप्लॉइड गैमीट्स फॉर्म ਹੁੰਦੀਆਂ ਆ हैविंग द 23 नंबर ऑफ क्रोमोसोम्स, यानी कि डिप्लॉइड सेल ਹੈਗਾ ਆ हैविंग 46 क्रोमोसोम्स। ਜਦੋਂ ਮਿਓਸਿਸ ਸੈਲ ਡਿਵੀਜ਼ਨ ਹੋਈ, ਗੈਮੀਟ ਫਾਰਮੇਸ਼ਨ ਹੋਈ ਤਾਂ ਉਹਦੇ ਵਿੱਚ ਨਾਲ ਕੀ ਹੋਇਆ, ਹੈਪਲॉइड ਗੈਮੀਟਸ ਜਿਹੜੇ ਹੈਗੇ ਆ ਉਹ ਬਣੇ। ਹੁਣ ਸਟੂਡੈਂਟ ਜਿਹੜੀ ਕ੍ਰੋਮੋਸੋਮਲ ਥਿਊਰੀ ਆਫ ਇਨਹੈਰੀਟੈਂਸ ਸੀਗੀ ਵਾਲਟਰ ਸਟਨ ਐਂਡ ਥਿਓਡਰ ਬੋਵਰੀ ਜਿਹੜੇ ਉਹਨਾਂ ਨੇ ਦਿੱਤੀ, ਉਹ ਕ੍ਰੋਮੋਸੋਮਲ ਥਿਊਰੀ ਕੀ ਹੈਗੀ, ਉਹਦੇ 4 ਪੁਆਇੰਟਸ ਹੈਗੇ ਆ कि होमोलोगस क्रोमोसोम्स जेडे हैगे दे गेट सेपरेटेड फ्रॉम ईच अदर ड्यूरिंग गैमीट फॉर्मेशन। स्टूडेंट्स ये होमोलोगस क्रोमोसोम्स है, एक क्रोमोसोम है ड्रॉ किया, एक दूसरा क्रोमोसोम ड्रॉ किया। सो होमोलोगस क्रोमोसोम्स है, इन्हां ये दोनों की है होमोलोगस क्रोमोसोम्स हैगी। होमोलोगस क्रोमोसोम्स गेट सेपरेटेड फ्रॉम ईच अदर ड्यूरिंग गैमीट फॉर्मेशन। सेकेंड ਇਹਦਾ पॉइंट की है, नंबर ऑफ जीन्स आर प्रेजेंट ऑन होमोलोगस क्रोमोसोम्स एट द सेम साइट। जिमें आ हैगा या कि ਇੱਥੇ ਇਸ ਜਗ੍ਹਾ ਤੇ ਜੀਨ ਪ੍ਰੈਜ਼ੈਂਟ ਹੈਗੀ ਹੈ ਤੇ ਸੈਕੰਡ ਕ੍ਰੋਮੋਸੋਮ ਜਿਹੜਾ ਹੋਮੋਲੋਗਸ ਪੇਅਰ ਦਾ ਕ੍ਰੋਮੋਸੋਮ ਹੈ ਉਹਦੇ ਵੀ ਉਸੇ ਸਾਈਟ ਤੇ ਜੀਨਸ ਜਿਹੜੀ ਹੈਗੀ ਆ ਉਹ ਪ੍ਰੈਜ਼ੈਂਟ ਹੋਏਗੀ। ਨੰਬਰ ਆਫ ਜੀਨਸ ਆਰ ਪ੍ਰੈਜ਼ੈਂਟ ਔਨ ਹੋਮੋਲੋਗਸ ਕ੍ਰੋਮੋਸੋਮਸ ਐਟ ਦਾ ਸੇਮ ਸਾਈਟ। ਤੇ ਥਰਡ ਕੀ ਹੈਗਾ, ਪੋਜੀਸ਼ਨ ਅਸਾਈਨਡ ਟੂ ਥੀਸ ਜੀਨਸ ਇਜ਼ ਕਾਲਡ ਲੋਕਸ। ਜਿਸ ਪੋਜੀਸ਼ਨ ਤੇ ਜੀਨਸ ਪ੍ਰੈਜ਼ੈਂਟ ਹੈ ਉਸ ਪੋਜੀਸ਼ਨ ਨੂੰ ਕੀ ਕਹਿੰਦੇ ਆ, ਲੋਕਸ। ਐਂਡ ਫੋਰਥ ਪੁਆਇੰਟ ਕੀ ਹੈਗਾ ਆ, ਡਿਪਲੋਇਡ ਕੰਡੀਸ਼ਨ ਇਜ਼ ਰਿਟੇਨਡ ਡਿਊਰਿੰਗ ਫਰਟੀਲਾਈਜੇਸ਼ਨ। ਹੁਣ ਸਟੂਡੈਂਟਸ ਫੋਰਥ ਪੁਆਇੰਟ ਕੀ ਹੈ, ਹੁਣ ਦੇਖੋ ਇਹ ਡਿਪਲੋਇਡ ਸੈੱਲ ਹੈ, ਗੈਮੀਟ ਫਾਰਮੇਸ਼ਨ ਹੋਈ, ਹੈਪਲॉइड ਗੈਮੀਟਸ ਬਣ ਗਏ ਤੇ ਜਦੋਂ ਇਹ ਗੈਮੀਟਸ ਦੀ ਫਰਟੀਲਾਈਜੇਸ਼ਨ ਹੋਈ फिर डिप्लॉइड सेल बन गया, फिर डबल नंबर ऑफ क्रोमोसोम्स आ गए। सो क्रोमोसोमल थ्योरी ऑफ इनहेरिटेंस की हैगी है, 4 पॉइंट्स हैगे हैं। होमोलोगस क्रोमोसोम्स गेट सेपरेटेड फ्रॉम ईच अदर ड्यूरिंग गैमीट फॉर्मेशन। गैमीट फॉर्मेशन के दौरान होमोलोगस क्रोमोसोम सेपरेट हो जाएंगे। सेकंड पॉइंट हैगा या कि नंबर ऑफ जीन्स आर प्रेजेंट ऑन द होमोलोगस क्रोमोसोम्स एट द सेम साइट। एंड थर्ड पोजीशन है, थर्ड पॉइंट हैगा या पोजीशन असाइंड टू दीज जीन्स इज कॉल्ड एज लोकस। एंड फोर्थ पॉइंट हैगा या कि डिप्लॉइड कंडीशन इज रिटेन ड्यूरिंग फर्टिलाइजेशन। जदों होई फिर डिप्लॉइड कंडीशन जिहड़ी है वो बन गई। हुण स्टूडेंट्स ये जिहड़े दोनों साइंटिस्ट सीगे वाल्टर सटन एंड थियोडर बॉवरी, इन्हां ने सानू क्रोमोसोम पैटर्न जिहड़ा है ओहदे बारे दस्सिया और मैंडल दे वर्क दे नाल अपने क्रोमोसोमल जिहड़ा पैटर्न दस्सिया होया उहनू एसोशिएट किया। सो मैंडल वर्क दे नाल इंटैग्रेटेड विद द क्रोमोसोमल डिस्कवरी। सो दिस थ्योरी इज नोन एज क्रोमोसोमल थ्योरी ऑफ इनहेरिटेंस। सो स्टूडेंट्स वाल्टर सटन एंड थियोडर बॉवरी ਜਿਹੜੇ ਹੈਗੇ ਇਹਨਾਂ ਨੇ ਸਾਨੂੰ ਕਿਸ ਚੀਜ਼ ਬਾਰੇ ਦੱਸਿਆ, ਕ੍ਰੋਮੋਸੋਮਲ ਪੈਟਰਨ ਬਾਰੇ ਦੱਸਿਆ ਤੇ ਮੈਂਡਲ ਨੇ ਦੱਸਿਆ ਸੀਗਾ ਸਾਨੂੰ ਇਨਹੈਰੀਟੈਂਸ ਆਫ ਕੈਰੈਕਟਰਸ ਬਾਰੇ। ਸੋ ਵਾਲਟਰ ਸਟਨ ਔਰ ਥਿਓਡਰ ਬੋਵਰੀ ਜਿਹੜੇ ਹੈਗੇ ਆ ਉਹਨਾਂ ਦੇ ਵਰਕ ਨੂੰ ਮੈਂਡਲ ਦੇ ਵਰਕ ਨਾਲ ਐਸੋਸੀਏਟ ਕੀਤਾ। ਸੋ ਉਹਦੇ ਨਾਲ ਕਿਹੜੀ ਥਿਊਰੀ ਹੈਗੀ ਆ, ਉਹਦਾ ਜਨਮ ਹੋਇਆ ਕ੍ਰੋਮੋਸੋਮਲ ਥਿਊਰੀ ਆਫ ਇਨਹੈਰੀਟੈਂਸ ਦਾ। ਉਸ ਤੋਂ ਬਾਅਦ ਸਟੂਡੈਂਟਸ ਇੱਕ ਹੋਰ ਸਾਇੰਟਿਸਟ ਆਇਆ ਟੀ.ਐਚ. ਮੋਰਗਨ। T.H. Morgan, T.H. थॉमस हंट मॉर्गन। थॉमस हंट मॉर्गन जेड़ा सीगा साइंटिस्ट, उन्हें फ्रूट फ्लाई ते अपने एक्सपेरिमेंट किते। फ्रूट फ्लाई दा बायोलॉजिकल नेम हैगा या ड्रोसोफिला मिलेनोगेस्टर। स्टूडेंट्स ਤੁਹਾਨੂੰ ਇਹ क्वेश्चन भी आ सकता है।
मिलेनोगैस्टर। थॉमस हंट मॉर्गन, टीएच मॉर्गन ने फ्रूट फ्लाई के अपने एक्सपेरिमेंट किए। फ्रूट फ्लाई का बायोलॉजिकल नेम है ड्रोसोफिला मिलेनोगैस्टर। हुण थॉमस हंट मॉर्गन ने फ्रूट फ्लाई जिहड़ा सीगा ड्रोसोफिला मिलेनोगैस्टर उन्होंने अपने एक्सपेरिमेंट्स दे लई क्यों सिलेक्ट किया, की रीजन सीगे ਉਹਦੇ स्टूडेंट्स 5 रीजन सीगे क्यों फ्रूट फ्लाई ਨੂੰ सिलेक्ट किया। नंबर 1 की रीजन है कि ਜਿਹੜੀ फ्रूट फ्लाई हैगी इट प्रोड्यूसिस लार्ज नंबर ऑफ ऑफस्प्रिंग्स इन अ सिंगल मेटिंग। एक सिंगल मेटिंग ਦੇ ਵਿੱਚ ਜਿਹੜੀ फ्रूट फ्लाई है लार्ज नंबर ऑफ यंग वंस या ऑफस्प्रिंग्स प्रोड्यूस करती है। सैकेंड रीजन हैगा या इट शोज लार्ज नंबर ऑफ वेरीएशनस शो करती हैगी आ और वो वेरीएशनस ਜਿਹੜੀਆਂ ਉਹਨਾਂ ਨੂੰ लो पावर माइक्रोस्कोप ਦੇ ਅੰਦਰ बड़ी आसानी ਨਾਲ ਦੇਖਿਆ ਜਾ ਸਕਦਾ ਹੈ। थर्ड रीजन हैगा या कि फ्रूट फ्लाई का लाइफ साइकिल ਜਿਹੜਾ बहुत शॉर्ट ਹੁੰਦਾ ਆ। ਕਿੰਨਾ ਹੁੰਦਾ ਲਾਈਫ ਸਾਈਕਲ ਅਬਾਊਟ 2 ਵੀਕਸ। 2 ਵੀਕਸ ਇਹਦਾ ਲਾਈਫ ਸਾਈਕਲ ਹੈ। ਇਸ ਕਰਕੇ ਵੀ ਫਰੂਟ ਫਲਾਈ ਨੂੰ ਆਪਣੇ ਐਕਸਪੈਰੀਮੈਂਟਸ ਵਿੱਚ ਯੂਜ਼ ਕੀਤਾ ਕਿਉਂਕਿ ਫਿਰ ਰਿਜ਼ਲਟਸ ਜਿਹੜੇ ਉਹ ਜਲਦੀ ਮਿਲ ਜਾਂਦੇ ਆ। फोर्थ रीजन हैगा या कि मेल एंड फीमेल ਦੇ ਵਿੱਚ डिफरेंशिएट करना ਜਿਹੜਾ बड़ा आसान है। देयर इज क्लीयर डिफरेंशिएशन बिटवीन मेल एंड फीमेल। ਜਿਹੜਾ मेल हैगा या ਉਹਦਾ ਸਾਈਜ਼ ਸਮਾਲ ਹੁੰਦਾ ਆ और ਉਹਦਾ ਜਿਹੜਾ ਐਬਡੋਮਨ ਹੁੰਦਾ ਹੈਗਾ ਆ ਉਹ ਇਸ ਤਰ੍ਹਾਂ ਬਲੰਟ ਹੁੰਦਾ ਹੈ और ਜਿਹੜਾ फीमेल हैगा ਆ ਉਹਦਾ ਸਾਈਜ਼ ਵੀ ਲਾਰਜ ਹੈ ਤੇ ਉਹਦਾ ਐਬਡੋਮਨ ਇਸ ਤਰ੍ਹਾਂ ਪੁਆਇੰਟਡ ਹੁੰਦਾ। ਮੇਲ और फीमेल ਜਿਹੜਾ ਹੈ ਉਹਨਾਂ ਨੂੰ डिफरेंशिएट करना बहुत आसान हैगा ਆ। एंड फिफ्थ रीजन हैगा या कि क्यों टीएच मॉर्गन ने फ्रूट फ्लाई ਨੂੰ अपने एक्सपेरिमेंट्स ਲਈ सिलेक्ट ਕੀਤਾ क्योंकि इट इज ईजी टू ग्रो इन लैब इन सिंपल सिंथेटिक मीडियम ਦੇ ਵਿੱਚ ਇਹਨੂੰ ਲੈਬਸ ਦੇ ਵਿੱਚ ਜਿਹੜਾ ਹੈਗਾ ਆ ग्रो करना बहुत आसान हैगा या। सो ਇਹ स्टूडेंट्स 5 रीजन ਸੀਗੇ कि टीएच मॉर्गन ने फ्रूट फ्लाई ड्रोसोफिला मिलेनोगैस्टर ਨੂੰ अपने एक्सपेरिमेंट्स ਦੇ ਵਿੱਚ ਕਿਉਂ ਯੂਜ਼ ਕੀਤਾ। ਉਸ ਤੋਂ ਬਾਅਦ स्टूडेंट्स ਸਾਡਾ ਨੈਕਸਟ ਟੌਪਿਕ ਹੈਗਾ ਆ ਲਿੰਕੇਜ। स्टूडेंट्स लिंकेज की है। लिंकेज इज द फिजिकल एसोसिएशन ऑफ द जीन्स प्रेजेंट ऑन द सेम क्रोमोसोम। सेम क्रोमोसोम्स ते जीन्स प्रेजेंट है उन्हां दी फिजिकल एसोसिएशन नू की कहंदे हैगे आ लिंकेज कहंदे हैगे आ। हुण स्टूडेंट्स जिवें मैं तुहानूं इत्थे एक डायग्राम ड्रॉ कर रही हां कि जिवें आ एक क्रोमोसोम है ਉਹਦੇ ਵਿੱਚ ਇੱਕ जीन ए प्रेजेंट है एक जीन ए प्रेजेंट है। तुसीं देखो ये दोनों की है जीन्स हैगियां आ। ये भी जीन है ये भी जीन है और स्टूडेंट्स इन्हां दे विच तुसीं देखो कि जिहड़ा डिस्टेंस हैगा आ ओह की हैगा आ घट हैगा आ। जदों डिस्टेंस घट हैगा आ जीन्स जिहड़ियां हैगियां आ दोनों जीन्स च लिंकेज है दोनों जीन्स क्लोजली एसोसीएटेड है। जे लिंक डिस्टेंस घट आ दो जीन्स दे विच इट मीनस दे आर क्लोजली एसोसीएटेड उन्हां दे विच लिंकेज जिहड़ी हैगी है वो ज्यादा हैगी है। ਤੇ स्टूडेंट्स इसी तरह ही मैं एक और डायग्राम ड्रॉ कर रही हां कि जिवें एक क्रोमोसोम हैगा ਉਹਦੇ ਵਿੱਚ ਇੱਕ जीन ਜਿਹੜੀ ਹੈਗੀ ਹੈ ਉਹ A प्रेजेंट है और दूसरी जीन ਜਿਹੜੀ ਹੈ ਉਹ ਇੱਥੇ प्रेजेंट है। ਹੁਣ ਤੁਸੀਂ ਦੇਖੋ स्टूडेंट्स ਦੋਨਾਂ ਦੇ ਵਿੱਚ ਕੀ ਹੈ डिस्टेंस ਜ਼ਿਆਦਾ ਹੈ। ਜੇ डिस्टेंस ਜ਼ਿਆਦਾ ਹੈਗਾ ਆ ਤਾਂ ਇਟ ਮੀਨਸ ਕੀ ਹੈਗਾ ਆ ਕਿ ਉਹਨਾਂ ਦੇ ਵਿੱਚ ਲਿੰਕੇਜ ਜਿਹੜੀ ਹੈਗੀ ਹੈ ਉਹ ਬਹੁਤ ਘੱਟ ਹੈਗੀ ਹੈ। आई होप स्टूडेंट्स ਤੁਹਾਨੂੰ ਇਹ क्लियर हो गया होगा कि क्रोमोसोम्स लिंकेज का मतलब की होता है फिजिकल एसोसिएशन ऑफ द जीन्स प्रेजेंट ऑन द सेम क्रोमोसोम। ये दो जीन्स हैं दोनों जीन्स दे विच डिस्टेंस घट है इट मींस दे आर क्लोजली एसोसिएटेड उन्हां विच लिंकेज ज्यादा है। इधर भी मैं एक डायग्राम बनाया एक जीन ए है क्रोमोसोम ते प्रेजेंट एक ए है दोनों दे विच डिस्टेंस ज्यादा है इट मींस इन्हां दे विच लिंकेज घट हैगी है। जदों दो जीन्स एक दूसरे दे काफी क्लोज होण इट मींस लिंकेज ज्यादा हैगी है ते ਉਹ ਐਜ਼ ਇਟ ਇਜ਼ ਹੀ ਨੈਕਸਟ ਜਨਰੇਸ਼ਨ ਦੇ ਵਿੱਚ ਜਾ ਰਹੇ ਹੈਗੇ ਆ ਤਾਂ ਉਹਦੇ ਨਾਲ ਕੀ ਹੋਏਗਾ ਕਿ ਪੇਰੈਂਟ ਵਾਲੇ ਹੀ ਫੀਚਰ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਆਫਸਪ੍ਰਿੰਗ ਯੰਗ ਵਨ ਦੇ ਵਿੱਚ ਰਿਪਰੈਜ਼ੈਂਟ ਹੋ ਰਹੇ ਆ। ਜਦੋਂ ਲਿੰਕੇਜ ਹੁਣ ਜੇ ਜੀਨਸ ਦੂਰ ਹੈ ਦੋ ਜੀਨਸ ਦੇ ਵਿੱਚ ਡਿਸਟੈਂਸ ਜ਼ਿਆਦਾ ਆ ਤਾਂ ਕੀ ਹੋਏਗਾ ਲਿੰਕੇਜ ਬਹੁਤ ਘੱਟ ਹੈਗੀ ਆ ਤਾਂ ਪੇਰੈਂਟ ਵਰਗਾ ਹੀ क्रोमोसोम जड़ा नहीं हैगा या नॉन पेरेंटल कंबीनेशन होएगी उसनू की किया जाएगा रीकंबीनेशन। हुण स्टूडेंट्स इतो देखो जिद्दां आ सी पहला डायग्राम बनाया सीगा क्रोमोसोम दा ये दो जीन्स प्रेजेंट हैगी है। जे इत्थे स्टूडेंट्स एक फॉरेन डीएनए आ जाए तां की होएगा
की तुहाडा ये बनेगा, ये की है, फॉरेन डीएनए है। क्रोमोसोम्स ते की है स्टूडेंट्स, डीएनए प्रेजेंट है, डीएनए दे विच जीन्स हैगे या ਅਸੀਂ डायरेक्ट कह दिता क्रोमोसोम्स ਜਿਹੜੇ ਦੇ कैरी द जीन्स। ਹੁਣ ਇਹ फॉरेन डीएनए आ गया ਤਾਂ स्टूडेंट्स ਤੁਸੀਂ देखो कि फिर ਜਿਹੜਾ ਰੀਕੰਬੀਨੇਸ਼ਨ ਹੋਏਗੀ ਤਾਂ ਇਹ ਕੀ ਹੈ, ਦੋਨੋਂ जीन्स ਜਿਹੜੇ ਹੈਗੇ ਐਜ਼ ਇਟ ਇਜ਼ ਹੀ ਅੱਗੇ ਪਾਸ ਆਨ ਹੋਏ ਹੈਗੇ ਹੈ। ਠੀਕ ਹੈ स्टूडेंट्स, ਤਾਂ ਦੋਨੋਂ जीन्स ਜਿਹੜੇ ਹੈਗੇ ਉਹ ਨੈਕਸਟ ਜਨਰੇਸ਼ਨ ਦੇ ਵਿੱਚ ਜਾਣਗੇ। ਹੁਣ स्टूडेंट्स ਇੱਥੇ ਅਸੀਂ ਇਹ ਵਾਲਾ ਸੀਗਾ, ਹੁਣ ਤੁਸੀਂ ਦੇਖੋ कि फॉरेन डीएनए ਜਿਹੜਾ ਹੈਗਾ ਆ ਉਹ ਜਦੋਂ ਇਹਦੇ ਕੋਲ ਆਇਆ ਤਾਂ ਕੀ ਹੋਏਗਾ, ਤਾਂ ਸਾਡੇ ਕੋਲ ਕੀ ਬਣੇਗਾ, ਤਾਂ ਇਹ ਇੱਕ ਜੀਨ ਹੀ ਅੱਗੇ ਜਾਏਗੀ, ਤਾਂ ਇਹ ਕੰਬਾਈਨ ਨਹੀਂ ਕਰੇਗਾ ਫੋਰਨ ਡੀਐਨਏ ਦੇ ਨਾਲ, ਤਾਂ ਜਿਹੜਾ ਨਿਊ ਡੀਐਨਏ ਬਣੇਗਾ ਇਹ ਕੀ ਹੈਗਾ ਆ, ਇਸ ਤਰ੍ਹਾਂ ਦਾ ਹੋਏਗਾ। ਜਦੋਂ ਜੀਨਸ ਦੇ ਵਿੱਚ ਲਿੰਕੇਜ ਘੱਟ ਹੈਗੀ ਹੈ ਤਾਂ ਫਿਰ ਕੀ ਹੈ, ਫਿਰ ਰੀਕੰਬੀਨੇਸ਼ਨ ਜਿਹੜੀ ਹੈਗੀ ਹੈ ਉਹ ਹੋਏਗੀ। ਜਦੋਂ ਲਿੰਕੇਜ ਬਹੁਤ ਘੱਟ है तो पेरेंट वर्गा ही क्रोमोसोम नहीं बनेगा, न्यू पेरेंटल क्रोमोसोम बनेगा एंड इट इज नोन एज रीकंबीनेशन। अगर दो जीन्स च लिंकेज ज्यादा है तो जिस तरह देखो दो जीन्स दे विच लिंकेज ज्यादा है तो रीकंबीनेशन घट होएगी। ओके स्टूडेंट्स, जे लिंकेज ज्यादा है तो रीकंबीनेशन घट होएगी, जे लिंकेज घट है तो की होएगा कि रीकंबीनेशन ज्यादा होएगी। यहाँ ਅਸੀਂ कह रही है कि लिंकेज ਜਿਹੜਾ ਹੈਗਾ या इट इज डायरेक्टली प्रोपोर्शनल टू रीकंबीनेशन। जे लिंकेज ज्यादा है, जीन्स क्लोजली एसोसिएटेड है, लिंकेज ज्यादा है तो रिकंबिनेशन घट होएगी, जे लिंकेज घट है तो रिकंबिनेशन ज्यादा होएगी। सो लिंकेज इज डायरेक्ट इनडायरेक्टली प्रोपोर्शनल टू recombination। If two genes are completely linked, their recombination frequency is almost 0%। So students, this is about the linkage। ਹੁਣ टीएच मॉर्गन ने जो linkage and recombination ਬਾਰੇ ਦੱਸਿਆ ਸੀਗਾ, ਉਹਨੇ ਉसी ਤਰ੍ਹਾਂ ਹੀ ਮਿਲੈਨੋਗੈਸਟਰ, ਡਰੋਸੋਫਿਲਾ ਮਿਲੈਨੋਗੈਸਟਰ ਵਿੱਚ ਉਹਨੂੰ ਯੂਜ਼ ਕੀਤਾ ਤੇ ਉਹਨੇ ਡਾਈ ਹਾਈਬ੍ਰਿਡ ਕ੍ਰਾਸ ਜਿਹੜਾ ਹੈਗਾ ਆ ਉਹ ਬਣਾਇਆ। ਹੁਣ ਡਾਈ ਹਾਈਬ੍ਰਿਡ ਕ੍ਰਾਸ ਦੇ ਵਿੱਚ ਉਹਨੇ ਫਰੂਟ ਫਲਾਈ ਡਰੋਸੋਫਿਲਾ ਮਿਲੈਨੋਗੈਸਟਰ ਨੂੰ ਆਪਣੇ ਐਕਸਪੈਰੀਮੈਂਟਸ ਦੇ ਵਿੱਚ ਲਿਆ ਤੇ ਉਹਨੇ ਕੀ ਲਿਆ ਕਿ ਕਿਹੜੇ ਕੈਰੈਕਟਰਸ ਲਏ, ਵਿੰਗ ਸਾਈਜ਼ ਐਂਡ ਆਈ ਕਲਰ ਲਿਆ ਤੇ ਉਹਨੇ ਉਹਨਾਂ ਨੂੰ ਇੱਕ ਦੂਸਰੇ ਦੇ ਨਾਲ ਕ੍ਰਾਸ ਕਰਵਾਇਆ ਤੇ ਉਹਨੇ ਦੇਖਿਆ ਕਿ F2 ਦੇ ਵਿੱਚ ਜਿਹੜੇ ਰਿਜ਼ਲਟਸ ਆਉਂਦੇ ਆ ਉਹ ਮੈਂਡੇਲੀਅਨ ਦੇ ਰਿਜ਼ਲਟਸ ਵਰਗੇ ਬਿਲਕੁਲ ਨਹੀਂ ਹੈ। ਸਟੂਡੈਂਟਸ ਅਸੀਂ ਮੈਂਡੇਲੀਅਨ ਦਾ ਜਦੋਂ ਡਾਈ ਹਾਈਬ੍ਰਿਡ ਕ੍ਰਾਸ ਕੀਤਾ ਸੀਗਾ ਤਾਂ ਅਸੀਂ ਦੇਖਿਆ ਸੀਗਾ ਕਿ F2 ਦੇ ਵਿੱਚ 9:3:3:1 ਰੇਸ਼ੋ ਆਉਂਦੀ ਹੈ, ਪਰ टीएच मॉर्गन ਜਿਹੜਾ ਹੈਗਾ ਆ ਜਦੋਂ ਉਹਨੇ ਫਰੂਟ ਫਲਾਈ ਡਰੋਸੋਫਿਲਾ ਮਿਲੈਨੋਗੈਸਟਰ ਨੂੰ ਲੈ ਕੇ ਉਹਦੇ ਦੋ ਕੈਰੈਕਟਰਸ ਵਿੰਗ ਸਾਈਜ਼ ਔਰ ਆਈ ਕਲਰ ਨੂੰ ਲੈ ਕੇ ਡਾਈ ਹਾਈਬ੍ਰਿਡ ਕ੍ਰਾਸ ਕਰਵਾਇਆ ਤਾਂ ਉਹਨੇ ਦੇਖਿਆ ਕਿ ਇਹ ਮੈਂਡੇਲੀਅਨ ਦੇ F2 ਜਨਰੇਸ਼ਨ ਵਾਲੀ ਰੇਸ਼ੋ 9:3:3:1 ਰੇਸ਼ੋ ਜਿਹੜੀ ਹੈਗੀ ਆ ਉਹ ਨਹੀਂ ਆਉਂਦੀ, ਸੇਮ ਰੇਸ਼ੋ नहीं आउंदी हैगी है। सो स्टूडेंट्स ਅਸੀਂ ਇਹ ਆਪਣਾ ਇਹਦੇ ਵਿੱਚ ਡਾਈ ਹਾਈਬ੍ਰਿਡ ਕ੍ਰਾਸ ਜਿਹੜਾ ਹੈਗਾ टीएच मॉर्गन ਨੇ ਲਿਆ ਸੀਗਾ, ਅਸੀਂ ਉਹ ਵਾਲਾ ਇੱਥੇ ਡਰਾ ਕਰਦੇ ਹੈਗੇ ਆ, ਤੁਸੀਂ ਆਪਣੀ ਕਾਪੀਜ਼ ਦੇ ਵਿੱਚ ਉਹਨੂੰ ਨੋਟ ਡਾਊਨ ਕਰ ਲਿਓ। पेरेंट्स ले टीएच मॉर्गन ने फीमेल फ्रूट फ्लाई और मेल फ्रूट फ्लाई। फीमेल फ्रूट फ्लाई दे केड़े कैरेक्टर्स ले, वाइट आईज एंड मिनिएचर विंग्स, मतलब मिनिएचर मतलब बहुत छोटे स्मॉल विंग्स। ये दो कैरेक्टर सीगे फीमेल फ्लाई दे विच। एदी मेटिंग करवाई मेल दे नाल। मेल की है वाइल्ड टाइप। वाइल्ड टाइप मीन्स ओदियां आईज जड़ियां सीगियां ओ रेड आईज सीगियां एंड लार्ज विंग्स। फीमेल हैविंग white eyes and miniature wings दी मेटिंग करवाई मेल केड़ा wild type having red eye and large wings। फिर स्टूडेंट्स F1 जेडी प्रोजेनी हैगी है
एफ टाइप फिनोटाइप की बने वाइल्ड टाइप फीमेल, फीमेल वाइल्ड टाइप बनी और मेल की बनया वाइट आईज माइनिएचर विंग्स वाला मेल बनया। फिर इन्हां दी मेटिंग के नाल F2 प्रोजनी जड़ी सीगी बनी F2 फिनोटाइप जड़ा हैगा या ओदे विच स्टूडेंट्स की बनया, ओदे विच 8 तरह दे ऑफस्प्रिंग्स बने। केड़े केड़े वाइट आईज माइनिएचर विंग्स वाले फीमेल एंड मेल, यानी कि मेल और फीमेल जेड़े दो बने वो वाइट आईज एंड माइनिएचर विंग्स वाले बने। 359 फीमेल्स बने ते 391 मेल्स बने। ते वाइल्ड टाइप मींस रेड आई एंड लार्ज विंग्स वाले फीमेल एंड मेल बने। फीमेल बने 439 एंड मेल्स बने 352। उस तो बाद वाइट आईज वाइल्ड टाइप विंग्स वाले फीमेल एंड मेल बने। फीमेल बने 218 ते मेल बने 237। फिर स्टूडेंट्स वाइल्ड टाइप आईज यानी कि रेड आईज एंड माइनिएचर विंग्स फीमेल एंड मेल बने। 235 फीमेल्स बने एंड 210 मेल्स बने। स्टूडेंट्स एक बार फिर मैं रिपीट कर देंदी हां, टीएच मॉर्गन ने फ्रूट फ्लाई दा लेके उन्हें डाईहाइब्रिड क्रॉस करवाया ते उन्हें दो कैरेक्टर्स ले आई कलर एंड विंग्स का साइज लिया। फीमेल्स लिया वाइट आई माइनिएचर विंग्स, उन्हां दी मेटिंग करवाई वाइट टाइप मेल्स नाल हैविंग रेड आई एंड लार्ज विंग्स। एफ टाइप फिनोटाइप दे विच वाइल्ड टाइप फीमेल्स बनियां एंड वाइट आई माइनिएचर विंग्स वाले मेल बने। जदों इन्हां दी मेटिंग होई तां F2 फिनोटाइप दे विच 8 तरह के मेल एंड फीमेल्स बने। वाइट आई माइनिएचर विंग्स वाले फीमेल बने 359 एंड वाइट आई माइनिएचर विंग्स दे मेल बने 391। वाइल्ड टाइप फीमेल 439 एंड वाइल्ड टाइप मेल 352। वाइल्ड टाइप विंग्स वाले वाइट टाइप विंग्स वाले फीमेल 218 एंड मेल 237 ते वाइल्ड टाइप आईज एंड माइनिएचर विंग्स वाले फीमेल 235 ते मेल 210। हुन स्टूडेंट्स 239 एंड 391 दा तुसी टोटल कर लो ते ये कितना बनेगा 750। यानी कि उस तो बाद इन्हां दोनों का वाइल्ड टाइप मेल एंड फीमेल का टोटल कितना हो गया 791 ते इन्हां का मेल एंड फीमेल वाइल्ड टाइप विंग्स वाले का मेल एंड फीमेल का टोटल बन गया 455 ते इन्हां का टोटल बन गया 445। हुण स्टूडेंट तुसी देखो कि ये की सीगे ये पेरेंटल फिनोटाइप वाले ही बने। वाइट आई माइनिएचर विंग्स पेरेंट ही सीगा ते वाइल्ड टाइप जड़ा सीगा वो भी पेरेंट ही सीगे, यानी कि टोटल पेरेंटल फिनोटाइप कितना बनया 750
एंड 791 कितना बन गया टोटल 1541 टोटल पेरेंटल फिनोटाइप बन गया 1541 ते रीकंबिनेंट फिनोटाइप तुसी देखो किन्ने बने हैगे हैं 455 प्लस 445 किन्ने बने 900 यानी कि F2 ਦੇ ਵਿੱਚ ਫਿਨੋਟਾਈਪਸ ਜਿਹੜੇ ਪੈਰੈਂਟਲ ਸੀਗੇ ਉਹ ਕਿੰਨੇ ਬਣੇ 1541 ਤੇ ਰੀਕੰਬੀਨੈਂਟ ਜਿਹੜੇ ਸੀਗੇ ਉਹ ਕਿੰਨੇ ਬਣੇ ਟੋਟਲ ਰੀਕੰਬੀਨੈਂਟ ਫਿਨੋਟਾਈਪ 900 ਸੋ ਸਟੂਡੈਂਟਸ ਟੋਟਲ ਪ੍ਰੋਜਨੀ ਕਿੰਨੀ ਹੋ ਗਈ ਟੋਟਲ ਪ੍ਰੋਜਨੀ ਕਿੰਨੀ ਪ੍ਰੋਡਿਊਸ ਹੋਈ 1541 पेरेंटल टाइप बने थे रिकंबिनेंट कितने बने 900 टोटल स्टूडेंट्स कितने हो गए एनए बन गए टोटल प्रोजनी कितनी प्रोड्यूस हुई 2441 ते जे असी इन्हां दी रिकंबिनेंट्स दी परसेंटेज कढनी होवे कि रिकंबिनेंट्स कितने बने कि उन्हां दी परसेंटेज कितनी है रिकंबिनेंट्स कितने बने हैं 900 बने हैं रिकंबिनेंट्स ते परसेंटेज असी किवें कढांगे इन्हां दी जिन्ने रिकंबिनेंट्स बने बटा टोटल प्रोजनी कितनी हैगी आ 2441 मल्टीप्लाइड बाय 100 ये कितनी आ गई 36.9% जिहड़ी हैगी है और रिकंबिनेंट्स जिहड़े हैगे है उन्हां दी जिहड़ी हैगी है परसेंटेज आ गई आई होप स्टूडेंट्स तुहानू ये क्लियर हो गया होगा ठीक है स्टूडेंट्स पेरेंटल टाइप जड़े सीगे वो किन्ने बने है पेरेंटल टाइप यंग वंस 1541 ते रिकंबिनेंट्स बने हैं 900 यानी कि टोटल प्रोजनी टोटल किन्ने यंग वंस प्रोड्यूस होए 2441 ते परसेंटेज जड़ी है कि वो कड्ढन दे लई तुहाडा सिंपल फार्मूला है जिन्ने रिकंबिनेंट्स बने ओवर टोटल प्रोजनी मल्टीप्लाई बाय 100 that comes out to be 36.9%. So students, this is all about the topic linkage and recombination and chromosomal theory of inheritance. बाकी मैं छोटे छोटे टॉपिक्स जड़े ले सीगे वो जेनेटिक डिसऑर्डर्स दे विच जड़े तुहाडे छोटे छोटे टॉपिक्स सीगे कुछ क्वेश्चन सीगे कि सिकल सेल एनीमिया एंड थैलेसीमिया क्यों क्लोजली एसोसिएटेड है क्योंकि दोनों जड़ियां आ ब्लड डिसऑर्डर्स है ड्यू टू डिफेक्टिव हीमोग्लोबिन एक क्वालिटेटिव डिसऑर्डर है एंड इट जिहड़ा सिकल सेल एनीमिया क्वालिटेटिव डिसऑर्डर है क्योंकि क्वालिटी हीमोग्लोबिन दी जिहड़ी चेंज होंदी है ते थैलेसीमिया जिहड़ा है क्वांटिटेटिव डिसऑर्डर है क्योंकि उहदे विच उहदी क्वांटिटी दे इफेक्ट पैंदा है ते बाकी स्टूडेंट्स एनियोप्लॉइडी पॉलीप्लॉइडी टर्म्स आपां डिस्कस कीतियां ट्राइसोमी मोनोसोमी नलिसोमी ये छोटियां छोटियां जिहड़ियां हैगियां असीं टर्म्स जिहड़ियां डिस्कस कीतियां सो आई होप स्टूडेंट्स तुहानूं अज दा लैक्चर क्लीयर हो गया होगा इस दे नाल ही साडा 5th चैप्टर जिहड़ा कंप्लीट हो जांदा है थैंक यू सो मच स्टूडेंट्स।